सत श्री अकाल जी। ਤੁਹਾਡੇ ਆਪਣੇ YouTube ਚੈਨਲ ਫਿਊਚਰ ਬ੍ਰਾਈਟ ਅਕੈਡਮੀ ਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਸੋ ਆਪਾਂ ਮੈਥ ਦੀ ਸੀਰੀਜ਼ ਜਿਵੇਂ ਕਿ ਚੱਲ ਰਹੀ ਹੈ ਆਪਣੀ, ਪਿਛਲੇ ਟੌਪਿਕ ਆਪਾਂ ਕੀਤੇ ਜਿਵੇਂ ਟ੍ਰਿਗਨੋਮੈਟਰੀ ਜਾਂ ਆਪਾਂ ਈਪੀ ਸੀਰੀਜ਼ ਕੀਤਾ। ਸੋ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਜਿਹੜਾ ਟੌਪਿਕ ਹੈ ਉਹ ਚੱਕਰ ਦਾ ਟੌਪਿਕ ਤੁਹਾਡੇ ਲਈ ਲੈ ਕੇ ਆਇਆ। ਇਸ ਟੌਪਿਕ ਦੇ ਵਿੱਚ ਆਪਾਂ ਚੱਕਰ ਬਾਰੇ, ਉਹਦੀ ਜਾਣ ਪਛਾਣ ਬਾਰੇ ਜਮਾਂ ਮਤਲਬ ਕਿ ਆਪਾਂ ਬੇਸ ਤੋਂ ਚੱਲਾਂਗੇ ਤੇ ਹਾਈ ਲੈਵਲ ਤੱਕ ਲੈ ਕੇ ਜਾਵਾਂਗੇ ਇਸ ਚੈਪਟਰ ਨੂੰ। ਉਸ ਤੋਂ ਬਾਅਦ ਇਸ ਚੈਪਟਰ ਦੇ ਵਿੱਚ ਜਿਵੇਂ ਕਿ ਪਹਿਲੇ ਜਿਹੜੀ ਇਹਦੇ ਵਿੱਚ ਵੀਡੀਓ ਆਊਗੀ ਉਹਦੇ ਵਿੱਚ ਚੱਕਰ ਤੇ ਇਹਦੇ ਨਾਲ ਸੰਬੰਧਿਤ ਬੇਸਿਕ ਨੌਲੇਜ, ਇਹਦਾ ਖੇਤਰਫਲ ਤੇ ਪ੍ਰਮਾਪ ਵਗੈਰਾ ਇਹ ਦੇਖਾਂਗੇ। ਤੇ ਅਗਲੀਆਂ ਵੀਡੀਓਜ਼ ਹੋਣਗੀਆਂ ਜਿਹੜੀਆਂ ਉਹਦੇ ਵਿੱਚ ਮਤਲਬ ਕਿ ਚੱਕਰ ਨਾਲ ਸੰਬੰਧਿਤ ਜਿਹੜੇ ਹਾਈ ਲੈਵਲ ਦੇ ਕੁਐਸਚਨ ਜਾਂ ਅਰਧਵਿਆਸੀ ਖੰਡ ਵਗੈਰਾ ਉਹ ਕੁਐਸਚਨ ਵੇਖਾਂਗੇ। ਸੋ ਆਓ ਆਪਾਂ ਅੱਜ ਦੀ ਵੀਡੀਓ ਵੱਲ ਅੱਗੇ ਵਧਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ। ਸੋ ਆਪਣਾ ਅੱਜ ਦਾ ਟੌਪਿਕ ਆ ਜਿਹੜਾ ਉਹ ਹੈ ਚੱਕਰ, ਠੀਕ ਹੈ ਜੀ। ਤਾਂ ਇੱਥੇ ਮੈਂ ਇਹਦੀ ਡੈਫੀਨੇਸ਼ਨ ਲਿਖੀ ਹੈ ਚੱਕਰ ਦੀ, ਪਰਿਭਾਸ਼ਾ ਕੀ ਹੈ ਚੱਕਰ ਦੀ ਕਿ ਇੱਕ ਨਿਸ਼ਚਿਤ ਬਿੰਦੂ ਮਤਲਬ ਆਹ ਜਿਹੜਾ ਮੈਂ ਇੱਥੇ ਲਾਇਆ ਹੋਇਆ ਕੇਂਦਰ ਤੋਂ ਸਮਾਨ ਦੂਰੀ ਤੇ ਬਿੰਦੂ ਪਥ, ਮਤਲਬ ਕਿ ਕੇਂਦਰ ਤੋਂ ਸਮਾਨ ਦੂਰੀ ਤੇ ਨਾ ਇਹ ਬਿੰਦੂਆਂ ਦਾ ਇੱਕ ਪਥ ਹੈ। ਮਤਲਬ ਜਿਹੜੀ ਇਹ ਨਾ ਕੇਂਦਰ ਤੋਂ ਸਮਾਨ ਦੂਰੀ ਤੇ ਬਿੰਦੂ ਚੱਲ ਰਿਹਾ ਔਰ ਕਈ ਸਾਰੇ ਬਿੰਦੂ, ਅਨੇਕਾਂ ਅਣਗਿਣਤ ਬਿੰਦੂਆਂ ਨੂੰ ਜੋੜ ਕੇ ਚੱਕਰ ਬਣਿਆ ਵਾ ਤੇ ਇਸ ਤਰ੍ਹਾਂ ਇਹ ਬਿੰਦੂ ਪਥ ਹੈ, ਠੀਕ ਹੈ ਜੀ। ਇਹਦੀ ਡੈਫੀਨੇਸ਼ਨ ਹੈ। ਉਸ ਤੋਂ ਬਾਅਦ ਅੱਗੇ ਮੈਂ ਕੀ ਲਿਖਿਆ ਹੋਇਆ ਕਿ ਚੱਕਰ ਦਾ ਅਰਧ ਵਿਆਸ। ਸੋ ਆਹ ਸਾਰੀ ਮਤਲਬ ਕਿ ਜਿਹੜੀ ਕੇਂਦਰ ਵਿੱਚੋਂ ਲੰਘਦੀ ਹੋਈ ਇੱਕ ਰੇਖਾ ਜਿਹੜੀ ਚੱਕਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਿਲਦੀ ਆ। ਸੋ ਕੇਂਦਰ ਦੇ ਵਿੱਚੋਂ ਲੰਘਦੀ ਹੋਈ ਆ ਰੇਖਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਿਲੀ ਤਾਂ ਇਹ ਹੁੰਦਾ ਜੀ ਆਪਣਾ ਵਿਆਸ, ਠੀਕ ਹੈ ਜੀ। ਤਾਂ ਇਹਦਾ ਅੱਧ ਕਰਦੀ ਹੈ ਤਾਂ ਆਪਾਂ ਨੂੰ ਅਰਧ ਵਿਆਸ ਮਿਲਦਾ ਗਾ। ਸੋ ਮੈਂ ਇਹਦਾ ਅੱਧ ਕਰ ਦਿੰਦਾ ਗਾ ਤਾਂ ਆਪਣੇ ਕੋਲ ਕੀ ਮਿਲ ਗਿਆ ਜੀ, ਅਰਧ ਵਿਆਸ, ਜਿਹਨੂੰ ਆਪਾਂ ਰੇਡੀਅਸ ਕਹਿੰਦੇ ਆ, ਆਰ ਨਾਲ ਡਿਨੋਟ ਕਰਦੇ ਆ। ਬਹੁਤ ਇੰਪੋਰਟੈਂਟ ਆ ਕਿਉਂਕਿ ਸਾਰੇ ਫਾਰਮੂਲਿਆਂ ਦੇ ਵਿੱਚ ਹੀ ਆਉਂਦਾ। ਚੱਕਰ ਦਾ ਖੇਤਰਫਲ ਕੀ ਆ, ਪਾਈ ਆਰ ਸਕੁਅਰ। ਖੇਤਰਫਲ ਹੁੰਦਾ ਕੀ ਆ ਕਿ ਆ ਚੱਕਰ ਹੈ, ਇਹਦੇ ਵਿਚਲਾ ਜਿੰਨਾ ਵੀ ਆ ਸਰਕਲ ਦੇ ਵਿੱਚ ਜਿੰਨਾ ਵੀ ਏਰੀਆ ਵਾ, ਇਹਨੇ ਕਿੰਨਾ ਏਰੀਆ ਘੇਰਿਆ ਹੋਇਆ ਇਹਦਾ ਖੇਤਰਫਲ ਹੈ। ਤੇ ਇਹਨੂੰ ਮਤਲਬ ਕਿ ਮੈਜ਼ਰ ਕਰਦੇ ਆਪਾਂ, ਮਾਪਦੇ ਆ ਪਾਈ ਆਰ ਸਕੁਅਰ ਦੇ ਨਾਲ। ਇੱਥੇ ਪਾਈ ਨੂੰ 22/7 ਲੈਂਦੇ ਆ। ਕਈ ਵਾਰੀ ਕੀ ਹੁੰਦਾ ਕਿ 3.14 ਵੀ ਲੈਣਾ ਪੈਂਦਾ ਪਾਈ ਦੀ ਕੀਮਤ ਨੂੰ, ਤਾਂ ਉਹ ਮੈਂਸ਼ਨ ਕੀਤਾ ਹੁੰਦਾ ਕੁਐਸਚਨ ਦੇ ਵਿੱਚ। ਅੱਗੇ ਚੱਲਦੇ ਆ ਜੀ ਚੱਕਰ ਦਾ ਪਰਿਮਾਪ। ਤਾਂ ਚੱਕਰ ਦਾ ਪਰਿਮਾਪ ਕੀ ਹੁੰਦਾ ਕਿ ਘੇਰਾ, ਚੱਕਰ ਦੁਆਰਾ ਘੇਰਾ ਕਿੰਨਾ ਘੇਰਿਆ ਗਿਆ, ਮਤਲਬ ਕਿ ਇਹਦੀ ਬਾਉਂਡਰੀ। ਜੇਕਰ ਮੈਂ ਇਸ ਚੱਕਰ ਨੂੰ ਖੋਲ ਕੇ ਇੱਕ ਲੰਮੀ ਤਾਰ ਬਣਾ ਦਿਆਂ ਤਾਂ ਕਿੰਨੀ ਤਾਰ ਬਣੂਗੀ, ਇਹ ਚੱਕਰ ਦਾ ਪਰਿਮਾਪ ਆ। ਤੇ ਇਹਦਾ ਫਾਰਮੂਲਾ ਕੀ ਆ, 2πr। ਇਸ ਨੂੰ ਯਾਦ ਰੱਖਣਾ, ਜਦੋਂ ਪੁੱਛਣਗੇ ਚੱਕਰ ਦਾ ਪਰਿਮਾਪ ਤਾਂ ਆਪਾਂ ਇਹ ਫਾਰਮੂਲਾ ਲਾ ਦਿਆਂਗੇ। ਕਈ ਵਾਰ ਕੀ ਪੁੱਛਦਾ ਕੁਐਸਚਨ ਦੇ ਵਿੱਚ ਕਿ ਆਪਾਂ ਨੂੰ r ਦੀ ਵੈਲਿਊ ਪੁੱਛ ਲੈਂਦਾ ਤੇ ਚੱਕਰ ਦਾ ਪਰਿਮਾਪ ਜਿਵੇਂ ਦਿੱਤਾ ਹੋਵੇ 22, ਤਾਂ ਕੁਐਸਚਨ ਦੇ ਵਿੱਚ ਕੀ ਹੁੰਦਾ ਕਿ ਚੱਕਰ ਦਾ ਪਰਿਮਾਪ ਜਾਂ ਘੇਰਾ 22 ਹੈ ਤਾਂ r ਪਤਾ ਕਰੋ। ਤਾਂ ਅਸੀਂ ਜਿਹੜਾ ਮਤਲਬ ਘੇਰਾ ਦਿੱਤਾ ਉਹਦੇ ਫਾਰਮੂਲੇ, ਘੇਰੇ ਦਾ ਫਾਰਮੂਲਾ ਜੇ ਪਰਿਮਾਪ ਦਾ ਫਾਰਮੂਲਾ ਕੀ ਆ 2πr, ਤਾਂ ਜਿੰਨਾ ਦਿੱਤਾ ਉਹਨੂੰ ਉਹਦੇ ਹੀ ਸਾਹਮਣੇ ਰੱਖ ਲੈਣਾ। ਜਿਹੜੀ ਚੀਜ਼ ਜੇ ਮੰਨ ਲਓ ਖੇਤਰਫਲ ਦਿੱਤਾ ਹੋਇਆ, ਮੰਨ ਲਓ ਖੇਤਰਫਲ ਦਿੱਤਾ, ਇੱਥੇ ਮੈਂ ਤੁਹਾਨੂੰ ਕੁਐਸਚਨ ਇੱਥੇ ਹੀ ਦੱਸਦਾ ਕਿ ਜੇਕਰ ਖੇਤਰਫਲ ਦਿੱਤਾ, ਚੱਕਰ ਦਾ ਖੇਤਰਫਲ 20 ਸੈਂਟੀਮੀਟਰ ਦੀ ਸਕੁਅਰ ਹੈ ਤਾਂ ਕਹਿੰਦੇ ਕਿ r ਪਤਾ ਕਰੋ। ਤਾਂ ਜਦੋਂ ਖੇਤਰਫਲ ਦਿੱਤਾ ਤਾਂ ਖੇਤਰਫਲ ਦੇ ਫਾਰਮੂਲੇ ਦੇ ਸਾਹਮਣੇ ਰੱਖ ਦਿਓ, ਉੱਥੋਂ r ਮਿਲ ਜੂਗੀ ਪਾਈ ਦੀ ਵੈਲਿਊ ਭਰ ਕੇ। ਜੇਕਰ ਚੱਕਰ ਦਾ ਪਰਿਮਾਪ ਦਿੱਤਾ ਗਾ, ਚੱਕਰ ਦਾ ਪਰਿਮਾਪ ਕਿੰਨਾ ਦਿੱਤਾ 22 ਸੈਂਟੀਮੀਟਰ ਜੇ ਮੰਨ ਲਓ ਦਿੱਤਾ ਦਾ, ਤਾਂ ਉਹਨੂੰ ਚੱਕਰ ਦੇ ਪਰਿਮਾਪ ਦੇ ਫਾਰਮੂਲੇ ਅੱਗੇ ਰੱਖ ਕੇ ਆਪਾਂ ਉੱਥੋਂ r ਦੀ ਵੈਲਿਊ ਕੱਢ ਸਕਦੇ ਹਾਂ। ਇਸ ਤਰ੍ਹਾਂ ਦੇ ਕੁਐਸਚਨ ਬਣਦੇ ਇਹਦੇ ਵਿੱਚ। ਉਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੁਆਇੰਟ ਆ, ਚੱਕਰ ਨੂੰ ਸਪਰਸ਼ ਕਰਦੀ ਹੋਈ ਰੇਖਾ ਨੂੰ ਸਪਰਸ਼ ਰੇਖਾ ਕਹਿੰਦੇ ਆ। ਦੇਖੋ ਕੀ ਹੁੰਦੀ ਹੈ ਸਪਰਸ਼ ਰੇਖਾ, ਕੋਈ ਵੀ ਰੇਖਾ ਜਿਹੜੀ ਚੱਕਰ ਨੂੰ ਟੱਚ ਕਰਕੇ ਲੰਘਦੀ, ਇੰਗਲਿਸ਼ ਟੈਂਜੈਂਟ ਕਹਿੰਦੇ ਆ। ਦੇਖੋ ਆਹ ਟੱਚ ਕਰਕੇ ਲੰਘੀ ਇਹਨੂੰ, ਤੇ ਇਹ ਜਿਹੜੀ ਰੇਖਾ ਹੀ ਸਪਰਸ਼ ਰੇਖਾ, ਔਰ ਜਿਹੜੇ ਬਿੰਦੂ ਤੇ ਟੱਚ ਕਰਦੀ ਆ ਉਸ ਬਿੰਦੂ ਨੂੰ ਸਪਰਸ਼ ਬਿੰਦੂ ਕਹਿੰਦੇ ਆ। ਔਰ ਇੱਕ ਚੱਕਰ ਦੇ ਉੱਪਰ ਅਨੰਤ ਸਪਰਸ਼ ਰੇਖਾਵਾਂ ਆਪਾਂ ਖਿੱਚ ਸਕਦੇ। ਦੇਖੋ ਇੱਕ ਮੈਂ ਇੱਥੋਂ ਖਿੱਚ ਸਕਦਾ, ਇੱਕ ਮੈਂ ਇੱਥੋਂ ਖਿੱਚ ਸਕਦਾ, ਮਤਲਬ ਕਿ ਇਹਨੂੰ ਟੱਚ ਕਰਦੀ ਹੋਈ ਅੰਦਰ ਦੀ ਨਹੀਂ ਲੰਘੂਗੀ, ਇਹ ਟੱਚ ਕਰੂਗੀ ਇੱਕ ਪੁਆਇੰਟ ਤੇ। ਇਸ ਤਰ੍ਹਾਂ ਕਈ ਅਣਗਿਣਤ ਜਿਹੜੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। ਉਸ ਤੋਂ ਬਾਅਦ ਇਹਦੇ ਵਿੱਚ ਹੋਰ ਬੇਸਿਕ ਨੌਲੇਜ ਜਿਹੜੀ ਯਾਦ ਰੱਖਣ ਵਾਲੀ ਆ ਉਹ ਪੁੱਛ ਸਕਦੇ ਆ ਕਈ ਵਾਰੀ 1 ਨੰਬਰ ਦੇ ਵਿੱਚ ਕਿ ਚੱਕਰ ਤੋਂ ਕਿੰਨੀਆਂ ਸਮਾਨ ਅੰਤਰ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ। ਸੋ ਇਹਦਾ ਆਨਸਰ ਆਪਣਾ ਜੀ, ਕਿਉਂਕਿ ਚੱਕਰ ਤੋਂ 2 ਸਮਾਨ ਅੰਤਰ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ, ਇੱਕ ਆਹ ਵਾਲੀ ਤੇ ਇੱਕ ਆਹ ਵਾਲੀ, ਮਤਲਬ ਕਿ ਜਿਹੜੀਆਂ ਸਪਰਸ਼ ਕਰਦੀਆਂ ਹੋਈਆਂ ਉਹ 2 ਰੇਖਾਵਾਂ ਹੋਣਗੀਆਂ। ਤੇ ਇਸ ਤਰ੍ਹਾਂ 2 ਸਮਾਂਤਰ ਰੇਖਾਵਾਂ ਇਹਦਾ ਆਨਸਰ ਹੋਊਗਾ। ਉਸ ਤੋਂ ਬਾਅਦ ਕੁਐਸਚਨ ਇਹ ਵੀ ਪੁੱਟ ਹੁੰਦਾ ਕਿ ਚੱਕਰ ਨੂੰ 2 ਬਿੰਦੂਆਂ ਤੋਂ ਕੱਟ ਕੇ ਲੰਘਦੀ ਹੋਈ ਰੇਖਾ ਨੂੰ ਕੀ ਕਹਿੰਦੇ ਆ। ਮੰਨ ਕੇ ਚਲੋ ਹੁਣ ਮੈਂ ਅਗਲੇ ਕਨਸੈਪਟ ਵੱਲ ਵਧਦਾ ਕਿ 2 ਬਿੰਦੂਆਂ ਤੋਂ ਕੱਟਦੀ ਹੋਈ ਰੇਖਾ ਆਹ ਲੰਘੀ, ਇੱਕ ਇੱਥੋਂ ਕੱਟਿਆ ਇੱਕ ਇੱਥੋਂ ਕੱਟਿਆ, ਤਾਂ ਇਸ ਰੇਖਾ ਨੂੰ ਅਸੀਂ ਛੇਦਕ ਰੇਖਾ ਕਹਿੰਦੇ ਆ, ਕਿਉਂਕਿ ਇਹ ਛੇਦ ਰਾਹੀਂ ਮਤਲਬ ਕਿ 2 ਛੇਦ ਰਾਹੀਂ ਚੱਕਰ ਤੋਂ ਟੱਪ ਰਹੀ ਆ। ਤਾਂ ਇਹ ਜਿਹੜੀ ਰੇਖਾ ਹੈ ਛੇਦਕ ਰੇਖਾ। ਸਾਰਿਆਂ ਨੂੰ ਰਿਪੀਟ ਕਰਦਾ, ਜਿਹੜਾ ਕੇਂਦਰ ਤੋਂ ਚੱਕਰ ਦੇ ਮਤਲਬ ਕਿ ਪਥ ਦੀ ਦੂਰੀ ਹੈ ਅਰਧ ਵਿਆਸ ਹੈ, ਪੂਰੀ ਦੂਰੀ ਮਤਲਬ ਦੋਨਾਂ ਸਿਰਿਆਂ ਦੀ ਦੂਰੀ ਕੇਂਦਰ ਦੇ ਵਿੱਚੋਂ ਲੰਘਦੀ ਹੋਈ ਵਿਆਸ ਹੈ।
ਚੱਕਰ ਨੂੰ ਵੱਧ ਤੋਂ ਵੱਧ ਕਿੰਨੀਆਂ ਸਮਾਨਾਂਤਰ ਰੇਖਾਵਾਂ ਜਿਹੜੀਆਂ ਉਹ ਲੰਘਦੀਆਂ ਮਤਲਬ ਟੱਚ ਕਰ ਸਕਦੀਆਂ, ਤਾਂ ਉਹ ਆਪਾਂ ਵੇਖੀਏ 2 ਸਮਾਨਾਂਤਰ ਰੇਖਾਵਾਂ। ਉਸ ਤੋਂ ਬਾਅਦ ਆਪਾਂ ਇੱਕ ਛੇਦਕ ਰੇਖਾ ਵੇਖੀ ਆ ਵੀ ਚੱਕਰ ਨੂੰ 2 ਬਿੰਦੂਆਂ ਤੋਂ ਕੱਟ ਕੇ ਜਾਂਦੀ ਹੋਈ ਰੇਖਾ ਛੇਦਕ ਰੇਖਾ। ਤੇ ਇੱਕ ਮੋਸਟ ਇੰਪੋਰਟੈਂਟ ਕਿ ਚੱਕਰ ਦੀ ਜੀਵਾ ਕੀ ਹੁੰਦੀ ਆ। ਜੀਵਾ ਕੋਈ ਵੀ ਮਤਲਬ ਰੇਖਾ ਜਿਹੜੀ ਚੱਕਰ ਦੇ ਵਿੱਚ ਦੀ ਲੰਘਦੀ ਆ ਤੇ ਚੱਕਰ ਨੂੰ ਕੱਟਦੀ ਨਹੀਂ, ਮਤਲਬ ਬਾਹਰ ਨਹੀਂ ਜਾਂਦੀ, ਉਹ ਜੀਵਾ ਹੁੰਦੀ ਆ। ਦੇਖੋ ਆ ਵੀ ਜੀਵਾ, ਆ ਵੀ ਜੀਵਾ। ਜੇ ਉਹ ਪੁੱਛਣ ਵੀ ਚੱਕਰ ਦੀ ਸਭ ਤੋਂ ਵੱਡੀ ਜੀਵਾ, ਤੇ ਚੱਕਰ ਦੀ ਸਭ ਤੋਂ ਵੱਡੀ ਜੀਵਾ ਜਿਹੜੀ ਉਹ ਕੇਂਦਰ ਵਿੱਚੋਂ ਹੋ ਕੇ ਲੰਘਦੀ ਹੈ, ਜਿਹਨੂੰ ਆਪਾਂ ਵਿਆਸ ਕਹਿੰਦੇ ਆ। ਸੋ ਇਸ ਤਰ੍ਹਾਂ ਇਹ ਇਸ ਚੱਕਰ ਦੀ ਬੇਸਿਕ ਨੌਲੇਜ ਹੈ। ਆਈ ਹੋਪ ਕਿ ਸਾਰਾ ਸਮਝ ਆਇਆ ਹੋਣਾ। ਤਾਂ ਆਪਾਂ ਅੱਗੇ ਕੁਐਸਚਨਾਂ ਵੱਲ ਚੱਲਦੇ ਹਾਂ ਜੀ। ਕੁਐਸਚਨ ਨੰਬਰ 1 ਹੈ ਜੀ ਕਿ ਇੱਕ ਬਿੰਦੂ Q ਤੋਂ ਇੱਕ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ, Q ਦੀ ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਹੈ, ਤੇ ਚੱਕਰ ਦਾ ਅਰਧ ਵਿਆਸ ਫਾਈਂਡ ਕਰਨਾ ਜੀ, R ਰੇਡੀਅਸ ਆਪਾਂ ਫਾਈਂਡ ਕਰਨਾ ਹੈਗਾ। ਕੁਐਸਚਨ ਬਹੁਤ ਈਜ਼ੀ ਹੈ, ਦੇਖਣ ਦੇ ਵਿੱਚ ਕਾਫੀ ਡਿਫਿਕਲਟ ਲੱਗ ਰਿਹਾ ਹੈਗਾ ਸਟੇਟਮੈਂਟ ਤੋਂ। ਆਪਾਂ ਇਹਨੂੰ ਡਰਾ ਕਰਕੇ ਦੇਖਦੇ ਹਾਂ। ਸੋ ਦਿੱਤਾ ਕਿ ਇੱਕ ਬਿੰਦੂ Q ਤੋਂ ਇੱਕ ਚੱਕਰ ਦੀ ਸਪਰਸ਼ ਰੇਖਾ, ਮਤਲਬ ਕੋਈ ਬਿੰਦੂ ਆ Q ਆ, ਉਹ ਕੋਈ ਬਾਹਰ ਬਿੰਦੂ ਹੈ, ਉਹ ਤੋਂ ਚੱਕਰ ਦੀ ਜਿਹੜੀ ਸਪਰਸ਼ ਰੇਖਾ, ਚੱਕਰ ਦੀ ਸਪਰਸ਼ ਰੇਖਾ Q ਤੋਂ ਚੱਕਰ ਦੀ ਸਪਰਸ਼ ਰੇਖਾ ਇਹੀ ਬਣੀ। ਤੇ ਚੱਕਰ ਦੀ ਸਪਰਸ਼ ਰੇਖਾ ਦੀ ਜਿਹੜੀ ਲੰਬਾਈ ਹੈ ਉਹਨੇ ਕਿੰਨੀ ਦਿੱਤੀ ਹੈ 24 ਸੈਂਟੀਮੀਟਰ, ਮਤਲਬ ਆ ਸਾਨੂੰ ਕਿੰਨੀ ਦਿੱਤੀ ਉਹਨੇ 24 ਸੈਂਟੀਮੀਟਰ। ਉਸ ਤੋਂ ਬਾਅਦ ਕੀ ਹੈ ਕਿ Q ਦੇ ਕੇਂਦਰ ਤੋਂ ਦੂਰੀ 25 ਆ, ਤਾਂ ਮਤਲਬ ਆਹ ਪੁਆਇੰਟ ਆਪਾਂ ਕਿਹੜਾ ਮੈਜ਼ਰ ਕੀਤਾ ਹੈ Q, ਇਹਦੀ ਕੇਂਦਰ ਤੋਂ ਦੂਰੀ ਕਿੰਨੀ ਹੈ 25 ਹੈ, ਤਾਂ ਆ ਕੇਂਦਰ ਹੈ ਤੇ Q ਦੀ ਕੇਂਦਰ ਤੋਂ ਦੂਰੀ 25, ਮਤਲਬ ਕਿਹਾ ਸਾਡੇ ਕੋਲ 25 ਸੈਂਟੀਮੀਟਰ ਹੋ ਗਈ। ਤਾਂ ਉਹਨੇ ਕਿਹਾ ਕੀ ਹੈ ਕਿ ਰੇਡੀਅਸ ਫਾਈਂਡ ਕਰੋ, ਤਾਂ ਦੇਖੋ ਆ ਰੇਡੀਅਸ ਹੀ ਹੈ, ਤਾਂ ਆ ਆਰ ਆਪਣੇ ਕੋਲੇ, ਤਾਂ ਆਰ ਆਪਾਂ ਫਾਈਂਡ ਆਊਟ ਕਰਨੀ ਆ। ਕੁਛ ਵੀ ਨਹੀਂ, ਸਿੰਪਲ ਹੈ, ਪਾਈਥਾਗੋਰਸ ਦਾ ਉਹੀ ਥਿਊਰਮ ਪਾਈਥਾਗੋਰਸ ਨਾਲ ਹੋ ਜੂਗੀ ਇਹ ਫਾਰਮੂਲਾ। ਸੋ ਪਾਈਥਾਗੋਰਸ ਦਾ ਫਾਰਮੂਲਾ ਕੀ ਹੁੰਦਾ ਹੈਗਾ, ਕਰਨ ਸਕੇਅਰ ਮਤਲਬ h ਸਕੇਅਰ ਬਰਾਬਰ ਪਰਪੈਂਡੀਕੂਲਰ ਸਕੇਅਰ ਮਤਲਬ p ਸਕੇਅਰ ਪਰਪੈਂਡੀਕੂਲਰ ਸਕੇਅਰ ਪਲੱਸ ਬੇਸ ਸਕੇਅਰ। ਠੀਕ ਹੈ ਜੀ। ਤਾਂ ਆਪਾਂ ਨੂੰ ਕਰਨ ਦੀ ਵੈਲਿਊ ਦਿੱਤੀ ਹੈ 25 ਦਾ ਸਕੇਅਰ ਕਰਾਂਗੇ ਤਾਂ 625 ਹੋ ਗਿਆ। ਠੀਕ ਹੈ ਜੀ। ਇਸੇ ਤਰ੍ਹਾਂ p ਦੀ ਸਕੇਅਰ ਆਪਾਂ ਪਤਾ ਕਰਨਾ ਹੈ, ਤੇ ਜੇ ਬੇਸ ਦਾ ਸਕੇਅਰ ਕੀਤਾ 24 ਦਾ ਸਕੇਅਰ ਤਾਂ 576 ਹੋ ਗਿਆ। ਸਕੇਅਰ ਤਾਂ ਲਗਭਗ 25-30 ਤੱਕ ਸਾਨੂੰ ਯਾਦ ਕਰਨੇ ਪੈਣਗੇ, 576। ਇਸ ਤਰ੍ਹਾਂ ਜਦੋਂ ਆਪਾਂ ਇਹਨੂੰ p ਸਕੇਅਰ ਫਾਈਂਡ ਆਊਟ ਕਰਨਾ ਤਾਂ 625 ਮਾਈਨਸ 576 ਇਜ਼ ਇਕੁਅਲ ਟੂ p ਸਕੇਅਰ। ਠੀਕ ਹੈ ਜੀ। ਤਾਂ ਕਿੰਨੇ ਵਜੇ ਆਪਣੇ ਕੋਲੇ 49 ਇਜ਼ ਇਕੁਅਲ ਟੂ p ਸਕੇਅਰ। ਨਾਓ p ਦੀ ਵੈਲਿਊ ਕਿੰਨੀ ਆਪਣੇ ਕੋਲ ਬਚੀ, p ਸਕੇਅਰ ਇਜ਼ ਇਕੁਅਲ ਟੂ 49, ਤੇ ਕਿਉਂਕਿ ਸਕੇਅਰ ਉਧਰ ਜਾ ਕੇ ਕੀ ਹੋ ਜਾਂਦਾ ਰੂਟ p ਇਜ਼ ਇਕੁਅਲ ਟੂ ਰੂਟ 49, ਤੇ ਰੂਟ 49 ਹੁੰਦਾ 7, ਤਾਂ p ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 7। ਇਸ ਤਰ੍ਹਾਂ ਆਪਣੇ ਕੋਲ r ਕਿੰਨਾ ਆ ਗਿਆ 7। ਇਸ ਤਰ੍ਹਾਂ ਸਿੰਪਲ ਕੁਐਸਚਨ ਸੀਗਾ। ਦੁਬਾਰਾ ਫਿਰ ਰਿਪੀਟ ਕਰਦਾ, ਉਹਨੇ ਕਿਹਾ ਕੀ ਆ ਕਿ ਇੱਕ ਬਿੰਦੂ Q ਤੋਂ ਇੱਕ ਚੱਕਰ ਦੀ ਸਪਰਸ਼ ਰੇਖਾ, ਬਿੰਦੂ Q ਤੋਂ ਚੱਕਰ ਦੀ ਸਪਰਸ਼ ਰੇਖਾ ਦੀ ਜਿਹੜੀ ਲੰਬਾਈ ਆ ਉਹ 24 ਸੈਂਟੀਮੀਟਰ ਆ। ਉਸ ਤੋਂ ਬਾਅਦ ਕੀ ਕਿਹਾ ਕਿ Q ਦੀ ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਆ। ਤੇ ਚੱਕਰ ਦਾ ਅਰਧ ਵਿਆਸ ਪਤਾ ਕਰਨਾ, ਰੇਡੀਅਸ ਪਤਾ ਕਰਨਾ ਸੀਗਾ, ਪਾਈਥਾਗੋਰਸ ਦਾ ਫਾਰਮੂਲਾ ਲਾਤਾ ਤੇ ਰੇਡੀਅਸ ਆਪਾਂ ਨੂੰ ਮਿਲ ਗਿਆ, ਰੇਡੀਅਸ ਆਪਣਾ 7 ਆਇਆ। ਇਸੇ ਤਰ੍ਹਾਂ ਅਗਲਾ ਕੁਐਸਚਨ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। 5 ਸੈਂਟੀਮੀਟਰ ਰੇਡੀਅਸ ਇੱਥੇ r ਲਿਖਿਆ, ਤਾਂ 5 ਸੈਂਟੀਮੀਟਰ r ਵਾਲੇ ਇੱਕ ਚੱਕਰ ਦੀ p ਤੇ ਸਪਰਸ਼ ਰੇਖਾ PQ, ਮਤਲਬ ਕਿ ਜਿਹੜਾ r ਦੀ ਵੈਲਿਊ ਉਹਨੇ ਆਪਾਂ ਨੂੰ ਪਹਿਲੇ ਦੇ ਦਿੱਤੀ ਵੀ 5 ਸੈਂਟੀਮੀਟਰ ਆ। ਠੀਕ ਹੈ ਜੀ। ਤੇ p ਤੇ ਸਪਰਸ਼ ਰੇਖਾ ਮਤਲਬ ਇੱਥੇ ਕੋਈ ਪੁਆਇੰਟ p ਹੈ, ਤਾਂ p ਤੇ ਸਪਰਸ਼ ਰੇਖਾ ਮਤਲਬ ਸਪਰਸ਼ ਰੇਖਾ ਪੁਆਇੰਟ p ਤੇ ਮਿਲਦੀ ਆ, ਤਾਂ ਉਹ ਰੇਖਾ ਕਿਹੜੀ ਹੈ PQ। ਠੀਕ ਹੈ ਜੀ। ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ, O ਤੋਂ ਜਾਣ ਵਾਲੀ ਇੱਕ ਰੇਖਾ ਬਿੰਦੂ Q ਤੇ ਮਿਲਦੀ ਹੈ, ਤਾਂ O ਤੋਂ ਜਾਣ ਵਾਲੀ ਰੇਖਾ Q ਤੇ ਮਿਲ ਗਈ। ਇਸ ਤਰ੍ਹਾਂ ਮਿਲਦੀ ਹੈ ਕਿ OQ 12 ਸੈਂਟੀਮੀਟਰ ਹੋ ਜਾਂਦਾ ਹੈ। ਤਾਂ ਮਤਲਬ ਆਹ ਆਪਣੇ ਕੋਲ ਕਿੰਨਾ ਹੋ ਗਿਆ 12 ਸੈਂਟੀਮੀਟਰ। ਆਹ ਆਪਾਂ ਨੂੰ ਦਿੱਤਾ ਹੋਇਆ ਤੇ ਫਾਈਂਡ ਕੀ ਕਰਨਾ PQ। ਦੁਬਾਰਾ ਸਟੇਟਮੈਂਟ ਸਾਰੀ ਸਮਝੋ। ਕਿਹਾ ਕਿ ਉਹਨੇ 5 ਸੈਂਟੀਮੀਟਰ r ਵਾਲੇ ਇੱਕ ਚੱਕਰ ਦੀ 5 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੀ p ਤੇ ਸਪਰਸ਼ ਰੇਖਾ ਪੁਆਇੰਟ p ਤੇ ਸਪਰਸ਼ ਰੇਖਾ PQ। ਠੀਕ ਹੈ ਜੀ। ਕੇਂਦਰ O ਤੋਂ ਜਾਣ ਵਾਲੀ ਜਿਹੜੀ ਆ ਉਹ Q ਤੇ ਮਿਲਦੀ ਆ, ਤੇ ਇਸ ਤਰ੍ਹਾਂ ਮਿਲਦੀ ਆ ਕਿ OQ ਜਿਹੜਾ 12 ਸੈਂਟੀਮੀਟਰ ਬਣ ਜਾਂਦਾ। ਤੇ ਅਸੀਂ ਪਤਾ ਕੀ ਕਰਨਾ, ਫਿਰ ਦੋ ਚੀਜ਼ਾਂ ਦਿੱਤੀਆਂ, ਤੀਜੀ ਚੀਜ਼ ਪਤਾ ਕਰਨੀ ਆ। ਸੋ ਮੈਂ ਕੀ ਕਰੂੰਗਾ, ਸਿੱਧਾ ਹੀ ਆਪਾਂ ਹੁਣ ਪਾਈਥਾਗੋਰਸ ਕਾਫੀ ਟਾਈਮ ਹੋ ਗਿਆ ਲਾਉਂਦਿਆਂ ਨੂੰ, ਹੁਣ ਆਪਾਂ ਨੂੰ ਅੰਦਾਜ਼ਾ ਹੋ ਹੀ ਗਿਆ ਵੀ ਕਰਨਾ ਕਿਵੇਂ ਹੁੰਦਾ। ਦੇਖੋ ਜਿਹੜੀ ਆਹ ਹੁੰਦੀ ਕਰਨ ਦਾ ਸਕੇਅਰ ਕਿੰਨਾ ਹੁੰਦਾ ਗਾ, ਮਤਲਬ ਕਰਨ ਭੁਜਾ ਦੇ ਵਿੱਚੋਂ ਜੇਕਰ ਆਪਾਂ ਬੇਸ ਕੱਢਣਾ ਤਾਂ ਇਹਦੇ ਵਿੱਚੋਂ ਆਹ ਘਟਾਉਣਾ ਹੁੰਦਾ, ਇਹਦੇ ਸਕੇਅਰ ਦੇ ਵਿੱਚੋਂ ਇਹਨੂੰ ਘਟਾਉਣਾ ਹੁੰਦਾ। ਤਾਂ 12 ਦਾ ਸਕੇਅਰ ਕਿੰਨਾ ਆ ਗਿਆ 144, ਇਹਦੇ ਵਿੱਚੋਂ 5 ਦਾ ਸਕੇਅਰ ਕਿੰਨਾ ਆ ਗਿਆ 25, ਜਦੋਂ ਆਪਾਂ ਮਾਈਨਸ ਕੀਤਾ ਤਾਂ ਕਿੰਨਾ ਆ ਗਿਆ 119। ਉਸ ਤੋਂ ਬਾਅਦ ਆਪਣਾ ਇੱਕ ਲਾਸਟ ਸਟੈਪ ਕੀ ਹੁੰਦਾ ਕਿ ਜਦੋਂ ਆਪਣੇ ਕੋਲੇ ਮੰਨ ਲਓ ਵੀ ਬੇਸ ਆ ਆਪਣੇ ਕੋਲ ਆ ਗਿਆ ਬੇਸ ਸਕੇਅਰ ਕਿੰਨਾ ਆ ਗਿਆ 119, ਤਾਂ ਲਾਸਟ ਸਟੈਪ B ਕਿਵੇਂ ਫਾਈਂਡ ਆਊਟ ਕਰਦੇ ਆ 119 ਦਾ ਰੂਟ। ਤਾਂ ਇਸ ਤਰ੍ਹਾਂ ਆਪਣੇ ਕੋਲ
ਅੰਡਰ ਰੂਟ 119 ਹੈ ਜਿਹੜੀ ਉਹ ਪੀ ਕਿਊ ਦੀ ਵੈਲਿਊ ਆ ਗਈ ਆ। ਇਸ ਤਰ੍ਹਾਂ ਇਹ ਦੋ ਕੁਐਸਚਨ ਬੜੇ ਸਿੰਪਲ ਸੀਗੇ, ਦੇਖਣ ਦੇ ਵਿੱਚ ਟਫ ਲੱਗਦੇ ਸੀਗੇ, ਸਮਝ ਕੇ ਕਰਾਂਗੇ ਡਾਇਗਰਾਮ ਨਾਲ ਕਰਾਂਗੇ ਤਾਂ ਬੜੇ ਈਜ਼ੀ ਆ। ਸੋ ਅਗਲੇ ਕੁਐਸਚਨਾਂ ਵੱਲ ਚੱਲਦੇ ਹਾਂ ਜੀ। ਕੁਐਸਚਨ ਨੰਬਰ 3, ਜੇਕਰ ਕੁਐਸਚਨ ਦੇ ਵਿੱਚ ਦਿੱਤਾ ਹੈ ਜੇਕਰ ਟੀਪੀ ਤੇ ਟੀਕਿਊ ਕੇਂਦਰ O ਵਾਲੇ ਇੱਕ ਚੱਕਰ ਤੇ ਦੋ ਸਪਰਸ਼ ਰੇਖਾਵਾਂ, ਮਤਲਬ ਦੋ ਸਪਰਸ਼ ਰੇਖਾਵਾਂ ਚੱਕਰ ਦਾ O ਕੇਂਦਰ ਹੈ, ਇਹਦੇ ਤੇ ਸਪਰਸ਼ ਰੇਖਾਵਾਂ ਨੂੰ ਕੀ ਨਾਮ ਦਿੱਤਾ, ਟੀਪੀ ਤੇ ਟੀਕਿਊ, ਦੋ ਸਪਰਸ਼ ਰੇਖਾਵਾਂ ਇਸ ਤਰ੍ਹਾਂ ਹਨ ਕਿ ਕੋਣ POQ 110 ਹੈ, ਮਤਲਬ ਜਿਹੜਾ ਵਿੱਚ ਵਾਲਾ ਹੁੰਦਾ ਨਾ ਵਿਚਾਲੇ ਵਾਲਾ ਉਹ ਐਂਗਲ ਮੇਨ ਹੁੰਦਾ, ਤਾਂ ਇਹਦਾ ਮਤਲਬ ਕਿ ਮੇਨ ਉਹ ਐਂਗਲ 110 ਡਿਗਰੀ ਦਾ, ਤਾਂ ਕਹਿੰਦੇ PTQ ਬਰਾਬਰ ਹੈ, ਮਤਲਬ ਵਿੱਚ ਵਾਲਾ ਐਂਗਲ T ਹੈ ਨਾ, ਤਾਂ ਆਪਾਂ T ਪਤਾ ਕਰਨਾ ਵੀ ਕਿੰਨਾ। ਸੋ ਆਪਾਂ ਕੁਐਸਚਨ ਦੀ ਡਾਇਗਰਾਮ ਦੇ ਵੱਲ ਲੈ ਕੇ ਚੱਲਦੇ ਹਾਂ ਤੁਹਾਨੂੰ। ਦੇਖੋ ਉਹਨੇ ਕਿਹਾ ਕੀ ਆ ਕਿ TP ਤੇ TQ ਦੋ ਸਪਰਸ਼ ਰੇਖਾਵਾਂ, ਦੇਖੋ TP ਤੇ TQ ਦੋ ਸਪਰਸ਼ ਰੇਖਾਵਾਂ ਚੱਕਰ ਨੂੰ ਟੱਚ ਕਰਦੀਆਂ ਹੋਈਆਂ। ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਐਂਗਲ POQ 110 ਡਿਗਰੀ ਹੈ, ਤਾਂ POQ ਤਾਂ ਵਿੱਚ ਕੀ ਹੋ ਗਿਆ, ਉਹਨੇ ਕਿਹਾ ਐਂਗਲ POQ, ਤਾਂ ਆਹ ਵਾਲਾ ਐਂਗਲ ਹੈ ਜਿਹੜਾ ਉਹਨੂੰ ਹੀ ਮੰਨਦੇ ਆ, ਤਾਂ ਉਹ 110 ਡਿਗਰੀ ਆ। ਸੋ ਆਪਾਂ ਫਾਈਂਡ ਕੀ ਕਰਨਾ ਹੈਗਾ, ਐਂਗਲ T ਫਾਈਂਡ ਕਰਨਾ ਵੀ ਇਹ ਕਿੰਨਾ ਹੈਗਾ। ਇਹਦੇ ਲਈ ਆਪਾਂ ਕੀ ਕਰਾਂਗੇ, ਤੁਹਾਨੂੰ ਇੱਕ ਇੱਥੇ ਗੱਲ ਯਾਦ ਰੱਖਣੀ ਪਊਗੀ ਵੀ ਸਪਰਸ਼ ਰੇਖਾ ਦੁਆਰਾ ਬਣਾਇਆ ਗਿਆ ਚੱਕਰ ਦੇ ਅਰਧ ਵਿਆਸਤੇ ਕੋਣ, ਮਤਲਬ ਆ ਸਪਰਸ਼ ਰੇਖਾ ਦੁਆਰਾ ਬਣਾਇਆ ਗਿਆ ਚੱਕਰ ਦੇ ਅਰਧ ਵਿਆਸਤੇ ਕੋਣ ਹਮੇਸ਼ਾ 90 ਡਿਗਰੀ ਦਾ ਹੁੰਦਾ ਹੈ। ਦੇਖੋ ਆ ਸਪਰਸ਼ ਰੇਖਾ ਆ ਕੇਂਦਰ ਹੈ, ਦੋਵੇਂ ਆਪਸ ਦੇ ਵਿੱਚ ਕਿਤੇ ਵੀ ਹੋਣਗੀਆਂ, ਮਤਲਬ ਮਿਲਣਗੀਆਂ, ਜਦੋਂ ਵੀ ਸਪਰਸ਼ ਰੇਖਾ ਤੇ ਕੇਂਦਰ ਆਪਸ ਦੇ ਵਿੱਚ ਮਿਲਣਗੇ ਤਾਂ 90 ਡਿਗਰੀ ਦਾ ਕੋਣ ਬਣਾਉਣਗੇ। ਜੇ ਇਹ 90 ਤਾਂ ਫਿਰ ਆ ਵੀ ਐਂਗਲ ਕਿੰਨਾ ਆਪਣਾ 90 ਡਿਗਰੀ। ਜੇ ਇਹ 90 ਤਾਂ ਵੈਸੇ ਇਹਨੂੰ ਸੋਲਵ ਕਰਕੇ ਮੈਂ ਕਰ ਸਕਦਾ, PQ ਦੇ ਵਿੱਚ ਵੀ ਉਲਝਾ ਸਕਦਾ, ਪਰ ਮੈਂ ਸਿੱਧਾ ਤੁਹਾਨੂੰ ਆਨਸਰ ਦੱਸਣਾ ਚਾਹੁੰਦਾ ਟ੍ਰਿਕ ਨਾਲ ਵੀ ਹੋਣਾ ਕਿਵੇਂ ਆ ਇਹ। ਤਾਂ ਦੇਖੋ ਆ 110 ਹੈ, ਆ ਵੀ 90 ਆ, ਆ ਵੀ 90 ਆ। ਸੋ ਆਪਾਂ ਨੂੰ ਇੱਕ ਗੱਲ ਹੋਰ ਪਤਾ ਵੀ ਆ ਇਹ ਡਾਇਗਰਾਮ ਬਣ ਰਹੀ ਹੈ 1 2 3 ਤੇ 4 ਭੁਜਾਵਾਂ, ਮਤਲਬ ਚਤੁਰਭੁਜ ਬਣ ਰਿਹਾ, ਤੇ ਚਤੁਰਭੁਜ ਬਣ ਰਿਹਾ ਨਾ, ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ, ਇੱਕ ਕੋਣ 2 3 ਤੇ 4, ਚਤੁਰਭੁਜ ਦੇ 4 ਹੀ ਕੋਣ ਹੈ, ਤੇ ਚਾਰਾਂ ਦਾ ਜੋੜ ਕਿੰਨਾ ਹੁੰਦਾ ਆਪਣੇ ਕੋਲੇ 360 ਡਿਗਰੀ। ਠੀਕ ਹੈ, ਜਿਵੇਂ ਆਪਾਂ ਬੇਸਿਕ ਕਰਕੇ ਹੁੰਨੇ ਵੀ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ, ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ। ਇਹ ਵੀ ਯਾਦ ਰੱਖਣਾ, ਕਿਤੇ ਇਹ ਵੀ ਆਪਣੇ ਕੰਮ ਆਊਗਾ। ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ। ਉਸੇ ਤਰ੍ਹਾਂ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ 360 ਡਿਗਰੀ। ਤਾਂ ਆਪਣੇ ਕੋਲ ਕਿੰਨੇ ਬਣੀ ਜਾਂਦੇ ਆ, ਦੇਖੋ ਇਹਨੂੰ ਪਲੱਸ ਕਰਕੇ ਆਪਣਾ ਜਦੋਂ ਸਾਰੇ ਨੂੰ ਆਪਾਂ ਪਲੱਸ ਕਰਾਂਗੇ ਤਾਂ ਆਪਣਾ ਲਾਸਟ ਵਾਲਾ 360 ਦੇ ਵਿੱਚੋਂ ਮਾਈਨਸ ਕਰ ਦਾਂਗੇ। ਤਾਂ ਕਰਨਾ ਕੀ ਹੈ, ਦੇਖੋ 110 90 ਤੇ 90 ਕਿੰਨੇ ਹੋ ਗਏ ਆਪਣੇ 180 110 ਇਹਦੇ ਵਿੱਚ ਜੋੜ ਦਾਂਗੇ ਤਾਂ 290 ਲਗਭਗ ਹੋ ਗਏ। ਤਾਂ ਇਸ ਤਰ੍ਹਾਂ ਆਪਣਾ ਜਿਹੜਾ ਆਹ ਐਂਗਲ ਬਣਿਆ ਆਪਣਾ 70 ਡਿਗਰੀ ਦਾ ਬਣਿਆ। ਕਿਵੇਂ? ਕਿਉਂਕਿ ਮੈਂ ਜਿਹੜਾ ਇਹਨਾਂ ਤਿੰਨੇ ਕੋਣਾਂ ਨੂੰ ਜੋੜ ਕੇ 360 ਦੇ ਵਿੱਚੋਂ ਮਾਈਨਸ ਕਰਤਾ ਤਾਂ ਆਪਣੇ ਕੋਲੇ ਐਂਗਲ T ਆ ਗਿਆ। ਠੀਕ ਹੈ, ਇਸ ਤਰ੍ਹਾਂ ਆਪਾਂ ਇਹ ਕੁਐਸਚਨ ਨੂੰ ਸੋਲਵ ਕੀਤਾ। ਦੁਬਾਰਾ ਫਿਰ ਵੇਖ ਲਓ ਕਿ ਆਹ ਤੇ ਆਹ ਕੋਣ 90 ਡਿਗਰੀ ਦੇ ਆਪਾਂ ਨੂੰ 110 ਦਿੱਤਾ ਸੀ, ਕਿਉਂਕਿ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ। ਤਿੰਨ ਕੋਣਾਂ ਨੂੰ ਜੋੜ ਕੇ 360 ਦੇ ਵਿੱਚੋਂ ਮਾਈਨਸ ਕਰਤਾ ਤਾਂ ਆਪਣੇ ਕੋਲੇ 70 ਡਿਗਰੀ ਆ ਜਿਹੜਾ ਐਂਗਲ T ਆ ਗਿਆ। ਸੋ ਇਸ ਤਰ੍ਹਾਂ ਇਹ ਕੁਐਸਚਨ ਸੋਲਵ ਹੋ ਗਿਆ। ਸੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਕੁਐਸਚਨ ਆਪਣਾ ਕੀ ਆ? ਅਗਲਾ ਕੁਐਸਚਨ ਕਹਿੰਦਾ ਕਿ ਜੇਕਰ ਇੱਕ ਬਿੰਦੂ P ਤੋਂ ਕੁਐਸਚਨ ਕਹਿੰਦਾ ਕਿ ਜੇਕਰ ਇੱਕ ਬਿੰਦੂ P ਤੋਂ O ਕੇਂਦਰ ਵਾਲੇ ਇੱਕ ਚੱਕਰ ਤੇ ਬਿੰਦੂ P ਤੋਂ O ਕੇਂਦਰ ਵਾਲੇ ਇੱਕ ਚੱਕਰ ਤੇ PA ਤੇ PB ਦੋ ਸਪਰਸ਼ ਰੇਖਾਵਾਂ, ਮਤਲਬ ਇੱਕ PA ਸਪਰਸ਼ ਰੇਖਾ ਤੇ ਇੱਕ PB ਸਪਰਸ਼ ਰੇਖਾ ਆਪਸ ਦੇ ਵਿੱਚ 80 ਡਿਗਰੀ ਦੇ ਕੋਣ ਤੇ ਝੁਕੀਆਂ। ਦੇਖੋ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਕੋਣ ਬਣੀ ਜਾਂਦਾ ਨਾ ਉਹ 80 ਡਿਗਰੀ ਦਾ ਬਣੀ ਜਾਂਦਾ ਆਪਸ ਦੇ ਵਿੱਚ ਦੋਵਾਂ ਦਾ। ਠੀਕ ਹੈ ਜੀ, ਦੇ ਕੋਣ ਤੇ ਝੁਕੀਆਂ ਹੋਣ ਤਾਂ ਕਹਿੰਦੇ POA ਬਰਾਬਰ ਹੈ। ਤਾਂ POA ਮਤਲਬ ਕਿ ਆਹ ਵਾਲਾ ਐਂਗਲ ਇੱਥੋਂ ਇੱਕ ਲਾਈਨ ਮਾਰਦੇ ਆਪਾਂ ਤਾਂ ਆਪਣੇ ਕੋਲ ਐਂਗਲ ਕਿਹੜਾ ਪੁੱਛਿਆ ਉਹਨੇ? POA, ਮਤਲਬ ਆਹ ਵਾਲਾ ਐਂਗਲ ਪੁੱਛਿਆ ਹੈਗਾ POA। ਜਦੋਂ ਆਪਣੇ ਇਸ ਹਿੱਸੇ ਦੀ ਗੱਲ ਕੀਤੀ ਤਾਂ ਆਪਣੇ ਕੋਲ ਤ੍ਰਿਭੁਜ ਬਣ ਗਿਆ। ਦੇਖ ਲਓ PO ਤੇ A ਇੱਕ ਟ੍ਰਾਇੰਗਲ ਬਣ ਗਿਆ। ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਆ। ਤਾਂ ਇਸ ਤਰ੍ਹਾਂ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ, ਕਿਉਂਕਿ ਆਪਣੇ ਕੋਲ ਆਹ ਐਂਗਲ ਕਿੰਨਾ ਸੀ ਟੋਟਲ, ਉਹਨੇ ਕਿਹਾ ਸੀ ਨਾ ਵੀ 80 ਡਿਗਰੀ ਤੇ ਝੁਕੀਆਂ, ਤਾਂ ਇਹ 80 ਡਿਗਰੀ ਸੀ ਟੋਟਲ। ਜਦੋਂ ਮੈਂ ਅੱਧ ਕਰਤਾ ਤਾਂ ਇਹ ਕਿੰਨਾ ਰਹਿ ਗਿਆ ਆਪਣੇ ਕੋਲੇ 40 ਡਿਗਰੀ। ਫਿਰ ਆਪਾਂ ਆ ਵੀ ਵੇਖਿਆ ਵੀ ਆਹ ਕਿੰਨਾ ਹੁੰਦਾ 90 ਡਿਗਰੀ। ਤੇ ਆਪਾਂ ਆਹ ਐਂਗਲ ਫਾਈਂਡ ਆਊਟ ਕਰਨਾ, ਉਹ ਐਂਗਲ ਫਾਈਂਡ ਆਊਟ ਕਰਨਾ। ਦੇਖੋ POA ਕਰਨਾ ਸੀ ਨਾ, ਐਂਗਲ POA। ਸਾਨੂੰ A ਐਂਗਲ ਦਾ ਵੀ ਪਤਾ 90 ਡਿਗਰੀ ਆ, P ਦਾ ਵੀ ਪਤਾ ਗਾ, ਉਹ ਦੱਸਣਾ ਕਿੰਨਾ। ਤਾਂ ਇਹਦੇ ਲਈ ਕੀ ਕਰਾਂਗੇ ਅਸੀਂ? ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ,
ਉਹਦੇ ਵਿੱਚੋਂ ਆਪਾਂ ਆ ਦੋਵਾਂ ਨੂੰ ਜੋੜ ਕੇ ਤੇ 180 ਦੇ ਵਿੱਚੋਂ ਮਾਈਨਸ ਕਰ ਦਾਂਗੇ। ਇਹ ਆਪਣਾ ਜੁੜ ਕੇ ਕਿੰਨਾ ਆ ਗਿਆ 130 ਡਿਗਰੀ। 130 ਨੂੰ ਜਦੋਂ ਆਪਾਂ 180 ਦੇ ਵਿੱਚੋਂ 130 ਮਾਈਨਸ ਕੀਤੇ ਤਾਂ ਆਪਣੇ ਕੋਲ ਕਿੰਨਾ ਆ ਗਿਆ 50 ਡਿਗਰੀ। ਤਾਂ 50 ਡਿਗਰੀ ਆਪਣੇ ਕੋਲ ਕਿਹੜਾ ਐਂਗਲ ਆ ਗਿਆ ਆਹ ਵਾਲਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹ ਐਂਗਲ ਕਿੰਨਾ ਆ ਗਿਆ ਆਪਣੇ ਕੋਲ 50 ਡਿਗਰੀ। ਜੇਕਰ ਆਪਾਂ ਨੂੰ ਵੱਡੇ ਲੈਵਲ ਤੇ ਵੇਖੀਏ ਕਿ ਪੂਰਾ ਐਂਗਲ ਕਿੰਨਾ ਹੁੰਦਾ ਤਾਂ ਮੈਂ ਆਹ ਲਾਈਨ ਨੂੰ ਇਹ ਕੁਐਸਚਨ ਤੋਂ ਅੱਗੇ ਹਟ ਕੇ ਦੂਰ ਜਾਣਾ ਮੈਂ, ਮਤਲਬ ਕਿ ਇਹਨੂੰ ਥੋੜਾ ਲੈਂਥੀ ਬਣਾ ਕੇ ਤਾਂ ਕਿਵੇਂ ਬਣੂਗਾ ਇਹ ਦੇਖੋ। ਜੇ ਆਪਾਂ ਨੂੰ ਆਹ 80 ਦਿੱਤਾ, ਠੀਕ ਹੈ ਜੀ, ਤੇ ਆਹ ਆਪਾਂ ਨੂੰ ਕਿੰਨੀ ਦਿੱਤੀ ਆ 90, ਤੇ ਆਹ ਆਪਾਂ ਨੂੰ ਕਿੰਨੀ ਹੁੰਦੀ ਹੈ 90, ਪਤਾ ਹੀ ਆ 90 90 90 ਤੇ 80। ਜੋ ਆਪਾਂ ਸਾਰਿਆਂ ਦਾ ਜੋੜ ਕਰਕੇ 360 ਦੇ ਵਿੱਚੋਂ ਘਟਾਵਾਂਗੇ ਤਾਂ ਆਪਣੇ ਕੋਲ ਕਿੰਨਾ ਹੋ ਜਾਊਗਾ 260। ਤਾਂ 260 ਮਤਲਬ ਕਿ 360 ਦੇ ਵਿੱਚੋਂ ਮਾਈਨਸ ਕੀਤਾ ਤਾਂ ਆਪਣੇ ਕੋਲ ਐਂਗਲ ਕਿੰਨਾ ਹੋ ਗਿਆ 100 ਡਿਗਰੀ। ਇਸ ਤਰ੍ਹਾਂ ਦੋਨੇ ਤਰੀਕਿਆਂ ਨਾਲ ਐਂਗਲ ਫਾਈਂਡ ਆਊਟ ਕਰ ਸਕਦੇ ਆ। ਇਹ ਕਿਵੇਂ ਜੀ 100 ਡਿਗਰੀ ਆਉਣਾ ਸੀ, ਜੇਕਰ ਉਹ ਪੁੱਛਦਾ ਕਿ ਐਂਗਲ AOB ਪਤਾ ਕਰੋ, ਜੇਕਰ ਉਹ ਪੁੱਛਦਾ ਐਂਗਲ AOB ਪਤਾ ਕਰੋ ਤਾਂ ਫਿਰ ਤਾਂ ਆਪਣਾ ਐਂਗਲ 100 ਡਿਗਰੀ ਆਉਣਾ ਸੀਗਾ। ਪਰ ਉਹਨੇ ਪੁੱਛਿਆ ਹੀ ਕੀ ਸੀਗਾ ਕਿ ਐਂਗਲ POA ਮਤਲਬ ਵਿਚਾਲੇ ਉਹ ਦਿੱਤਾ ਸੀ, ਤਾਂ ਆਹ ਵਾਲਾ ਐਂਗਲ ਪੁੱਛਿਆ ਸੀ, ਤਾਂ ਕਰਕੇ ਮੈਨੂੰ ਇਹਦਾ ਅੱਧ ਕਰਨਾ ਪਿਆ 80 ਦਾ ਅੱਧ 40 ਲੈ ਕੇ, ਤਾਂ ਕਰਕੇ ਇਸ ਤਰ੍ਹਾਂ ਕੁਐਸਚਨ ਸੋਲਵ ਕੀਤਾ। ਤਾਂ ਇਸ ਤਰ੍ਹਾਂ ਇਹ ਸਿੰਪਲ ਕੁਐਸਚਨ ਸੀਗਾ, ਆਪਾਂ ਸੋਲਵ ਕੀਤਾ। ਸੋ ਅਗਲੇ ਕੁਐਸਚਨਾਂ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 5 ਹੈ ਜੀ, ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ 5 ਸੈਂਟੀਮੀਟਰ ਤੇ 3 ਸੈਂਟੀਮੀਟਰ। ਸਮਕੇਂਦਰੀ ਮਤਲਬ ਕਿ ਦੋਵਾਂ ਦਾ ਕੇਂਦਰ ਇੱਕੋ ਹੀ ਹੈ, ਚੱਕਰ ਦੇ ਵਿੱਚ ਚੱਕਰ ਆ, ਤਾਂ ਉਹਨਾਂ ਦਾ ਅਰਧ ਵਿਆਸ ਦਿੱਤਾ ਇੱਕ ਦਾ 3 ਇੱਕ ਦਾ 5। ਕਹਿੰਦਾ ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰੋ, ਠੀਕ ਹੈ, ਜੋ ਕਿ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੋਈ ਲੱਗਦੀ ਆ। ਤਾਂ ਆਪਾਂ ਡਾਇਗਰਾਮ ਰਾਹੀਂ ਸਮਝਦੇ ਹਾਂ। ਸੋ ਡਾਇਗਰਾਮ ਰਾਹੀਂ ਦੇਖੀਏ ਇਹਨੂੰ। ਦੋ ਸਮਕੇਂਦਰੀ ਚੱਕਰ ਹੈ, ਉਹਨਾਂ ਦੇ ਵਿੱਚੋਂ ਇੱਕ ਚੱਕਰ ਦਾ ਜਿਹੜਾ ਮਤਲਬ ਕਿ ਵੱਡਾ ਚੱਕਰ ਆ ਉਹਦਾ ਫਿਰ ਅਰਧ ਵਿਆਸ ਵੱਡਾ ਹੀ ਹੋਊਗਾ, ਤਾਂ ਉਹ ਕਿੰਨਾ ਆਪਣੇ ਕੋਲੇ 5 ਆ, ਤਾਂ 5 ਹੋ ਗਿਆ। ਤੇ ਛੋਟੇ ਚੱਕਰ ਦਾ ਅਰਧ ਵਿਆਸ ਕਿੰਨਾ ਆਪਣੇ ਕੋਲੇ 3, ਤਾਂ 3 ਹੋ ਗਿਆ। ਇਸ ਤਰ੍ਹਾਂ ਜਿਹੜੀ ਜੀਵਾ ਟੱਚ ਕਰਦੀ ਆ ਉਹ ਕਹਿੰਦਾ ਵੱਡੇ ਚੱਕਰ ਵੱਡੇ ਦੀ ਜੀਵਾ ਟੱਚ ਛੋਟੇ ਨੂੰ ਕਰਦੀ ਆ। ਸੋ ਉਹਨੂੰ ਮੈਂ ਥੋੜਾ ਕਲੀਅਰ ਹੋਰ ਕਰਦਾ, ਦੇਖੋ, ਠੀਕ ਹੈ ਜੀ। ਤਾਂ ਆ 5, ਇਸ ਤੋਂ ਬਾਅਦ ਜਿਹੜੀ ਆ ਟੱਚ ਕਰਦੀ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ, ਤੇ ਜੀਵਾ ਵੱਡੇ ਦੀ ਜੀਵਾ ਮਤਲਬ ਕਿ ਚੱਕਰ ਦੇ ਵਿੱਚੋਂ ਲੰਘਦੀ ਉਹ ਲਾਈਨ ਜਿਹੜੀ ਕਿ ਚੱਕਰ ਨੂੰ ਦੋਵੇਂ ਸਿਰਿਆਂ ਤੇ ਮੈਂ ਟੱਚ ਕਰਦੀ ਆ। ਤਾਂ ਇਸ ਤਰ੍ਹਾਂ ਜਿਹੜੀ ਵੱਡੇ ਚੱਕਰ ਦੀ ਜੀਵਾ ਛੋਟੇ ਦੀ ਸਪਰਸ਼ ਰੇਖਾ ਦੇਖੋ ਉਹਨੂੰ ਸਪਰਸ਼ ਕਰੀ ਜਾਂਦੀ ਆ। ਸੋ ਹੁਣ ਆਪਾਂ ਇਹਦਾ ਕੀ ਪਤਾ ਕਰਨਾ ਹੈ, ਜੀਵਾ ਦੀ ਲੰਬਾਈ ਪਤਾ ਕਰਨੀ ਵੀ ਕਿੰਨੀ ਲੰਬੀ ਆ। ਸੋ ਆਪਾਂ ਜਿਹੜੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਕੁਐਸਚਨ ਨੂੰ ਕਰਦੇ ਹਾਂ। ਉਹੀ ਫਿਰ ਪਾਇਥਾਗੋਰਸ ਦਾ ਫਾਰਮੂਲਾ 5 ਦਾ ਸਕੁਅਰ ਕਿੰਨਾ ਹੈਗਾ 25, ਠੀਕ ਹੈ ਜੀ। ਤੇ ਇਹਦੇ ਸਕੁਅਰ ਦੇ ਵਿੱਚੋਂ ਇਹਦਾ ਸਕੁਅਰ ਕਰਕੇ 3 ਦਾ ਸਕੁਅਰ ਕਿੰਨਾ ਹੁੰਦਾ 9, ਠੀਕ ਹੈ, 3 × 3 9। ਤਾਂ ਉਹ ਕੀ ਕਰਨਾ ਹੁੰਦਾ ਮਾਈਨਸ ਕਰਨਾ ਹੁੰਦਾ। ਕੀ ਪਤਾ ਕਰਨ ਵਾਸਤੇ, ਜਦੋਂ ਭਾਗ ਪਤਾ ਕਰਨੀ ਤੀਜੀ ਸਾਈਡ। ਦੇਖੋ ਜਦੋਂ ਆਪਾਂ ਤੀਜੀ ਸਾਈਡ ਪਤਾ ਕਰਨੀ ਹੋਵੇ ਨਾ, ਜੇ ਕਰਨ ਦਿੱਤਾ ਹੋਵੇ ਤੇ ਇੱਕ ਦੂਜੀ ਸਾਈਡ ਵੀ ਦਿੱਤੀ ਹੋਵੇ, ਤੀਜੀ ਪਤਾ ਕਰਨੀ ਹੋਵੇ, ਇਹਦੇ ਸਕੁਅਰ ਦੇ ਵਿੱਚੋਂ ਕਰਨ ਦੇ ਸਕੁਅਰ ਦੇ ਵਿੱਚੋਂ ਲੰਬ ਦਾ ਸਕੁਅਰ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਬੇਸ ਆ ਜਾਊਗਾ। ਤਾਂ ਕਰਨ ਦਾ ਸਕੁਅਰ ਕਿੰਨਾ ਸੀ 5, ਲੰਬ ਵਾਲਾ ਪਰਪੈਂਡੀਕੂਲਰ ਦਾ ਸਕੁਅਰ 9। ਜਦੋਂ ਦੋਵਾਂ ਦੀ ਮਾਈਨਸ ਕੀਤੀ ਆਪਣੇ ਕੋਲ ਕਿੰਨਾ ਆ ਗਿਆ 16। ਹੁਣ ਆਪਣੇ ਕੋਲ 16 ਆ ਗਿਆ, ਤਾਂ 16 ਕੀ ਆ ਗਿਆ, ਇਹਦਾ ਰੂਟ ਕਰਦੇ ਹੁੰਦੇ, ਲਾਸਟ ਸਟੈਪ ਆਪਣਾ ਰੂਟ ਹੁੰਦਾ। ਤੇ ਜਦੋਂ ਆਪਣਾ 16 ਦਾ ਰੂਟ ਕਰਾਂਗੇ ਤਾਂ ਆਪਣੇ ਕਿੰਨੇ ਕੋਲ ਆ ਗਿਆ, ਆਪਣੇ ਕੋਲ ਆ ਗਿਆ 4। ਤਾਂ ਇਸ ਤਰ੍ਹਾਂ ਆ ਆਪਣੇ ਕੋਲ ਜਿਹੜਾ ਬੇਸ ਹੈ ਉਹ 4 ਹੋ ਗਿਆ, ਕਿਉਂਕਿ ਆ ਜਿਹੜੀ ਜਿਹੜਾ ਹੈਗਾ ਉਹਦਾ ਮੱਧ ਦੇ ਵਿੱਚ ਆ, ਜੀਵਾ ਦੇ ਮੱਧ ਦੇ ਵਿੱਚ ਅੱਧ ਦੇ ਵਿੱਚ ਆ। ਤਾਂ ਜੇ ਆ 4 ਆ ਤਾਂ ਫਿਰ ਆ ਵੀ 4 ਆ। ਤਾਂ ਟੋਟਲ ਜੀਵਾ ਦੀ ਲੰਬਾਈ ਕਿੰਨੀ ਹੋ ਗਈ 8 ਸੈਂਟੀਮੀਟਰ। ਦੇਖੋ ਇਹ ਕੁਐਸਚਨ ਆ ਜਿਹੜੇ, ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਇਹਨੂੰ ਪੂਰਾ ਲਿਖ ਕੇ ਸੋਲਵ ਕਰਾਵਾਂ ਤਾਂ ਇਹ 10ਵੀਂ ਦਾ ਕੰਮ ਹੈ, ਮਤਲਬ ਕਿ 10ਵੀਂ ਦੇ ਜਾਂ 9ਵੀਂ ਦੇ ਕਲਾਸ ਦੇ ਵਿੱਚੋਂ ਲੈ ਗਏ ਕੁਐਸਚਨ ਆ। ਤਾਂ ਉੱਥੇ ਆਪਾਂ ਪੂਰਾ ਲਿਖ ਕੇ ਕਰਾਂਗੇ ਵੀ ਕਿੰਨੀ ਇਹਦੀ ਲੰਬਾਈ ਆ, ਕਿੰਨਾ ਇਹਦਾ ਹੋਊਗਾ। ਹੁਣ ਆਪਾਂ ਸ਼ਾਰਟਕਟ ਤਰੀਕਾ ਲਾਉਣਾ। ਸ਼ਾਰਟਕਟ ਦੇ ਵਿੱਚ ਤੁਸੀਂ ਜਿਹੜਾ ਕਿ ਬੇਸਿਕ ਚੀਜ਼ਾਂ, ਜਿਵੇਂ ਕਿ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਘੱਟੋ ਘੱਟ 30 ਤੱਕ ਦਾ ਤੁਹਾਨੂੰ ਸਕੁਅਰ ਯਾਦ ਹੋਣੇ ਚਾਹੀਦੇ ਆ। ਸਕੁਅਰ ਵੀ ਤੇ ਸਕੁਅਰ ਰੂਟ ਵੀ ਯਾਦ ਹੋਣੇ ਚਾਹੀਦੇ ਆ। ਜਿਵੇਂ ਪੁੱਛ ਲਾਂ ਵੀ 400 ਦਾ ਸਕੁਅਰ ਰੂਟ ਕਿੰਨਾ, ਤਾਂ ਤੁਸੀਂ ਫਟਾਫਟ ਦੱਸੋ ਵੀ ਇਹਦਾ ਸਕੁਅਰ ਰੂਟ 20 ਹੁੰਦਾ। ਜਿਵੇਂ ਪੁੱਛ ਲਾਂ ਵੀ 15 ਦਾ ਸਕੁਅਰ ਦੱਸੋ, ਤਾਂ ਤੁਹਾਨੂੰ ਫਟਾਫਟ ਪਤਾ ਹੋਣਾ ਚਾਹੀਦਾ ਵੀ 15 15 225 ਹੁੰਦਾ। ਇਸੇ ਤਰ੍ਹਾਂ ਜੇਕਰ 24 ਦਾ ਪੁੱਛਾ ਸਕੁਅਰ ਤਾਂ ਤੁਸੀਂ ਦੱਸੋਗੇ 576 ਹੁੰਦਾ ਹੈ। ਇਸ ਤਰ੍ਹਾਂ ਘੱਟੋ ਘੱਟ 30 ਤੱਕ ਤੁਹਾਨੂੰ ਸਕੁਅਰ ਤੇ ਸਕੁਅਰ ਦੇ ਰੂਟ ਯਾਦ ਹੋਣੇ ਚਾਹੀਦੇ ਆ। ਤੇ ਘੱਟੋ ਘੱਟ 15 ਤੱਕ ਤੁਹਾਨੂੰ ਕਿਊਬ ਦੇ ਰੂਟ। ਕਿਊਬ ਕੀ ਹੁੰਦਾ, ਕਿਊਬ ਹੁੰਦਾ ਹੈ ਘਣ ਕਿਵੇਂ, ਜੇ ਮੰਨ ਲਓ ਆਪਾਂ 3 ਦਾ ਘਣ ਕਰਨਾ ਤਾਂ 3 × 3 ਤਾਂ 3 ਵਾਰੀ ਗੁਣਾ, ਹੁਣ ਤਾਂ ਘਣ ਕੀ ਹੁੰਦਾ 3 ਦੀ 3, ਇਹਨੂੰ ਕਿਊਬ ਕਹਿੰਦੇ ਆਪਾਂ। 3 × 3 ਤਾਂ ਕਿੰਨਾ ਹੋ ਗਿਆ 27। ਇਸੇ ਤਰ੍ਹਾਂ 4 × 4 ਇਹ ਕਿੰਨਾ ਹੋ ਗਿਆ 64, ਠੀਕ ਹੈ। ਇਸ ਤਰ੍ਹਾਂ ਇਹ ਘੱਟੋ ਘੱਟ ਸਾਨੂੰ 15 ਤੱਕ ਇਹ ਯਾਦ ਹੋਣੇ ਚਾਹੀਦੇ ਆ।
ਤੇ 30 ਤੱਕ ਸਾਨੂੰ ਸਕੁਅਰ ਤੇ ਸਕੁਅਰ ਰੂਟ ਹੋਣੇ ਚਾਹੀਦੇ ਆ। ਉਹਦੇ ਨਾਲ ਕੀ ਹੋਊਗਾ ਕਿ ਕਈ ਵਾਰੀ ਜਿਵੇਂ ਇੱਥੇ ਪਾਈਥਾਗੋਰਸ ਲਾਉਣਾ ਤਾਂ ਸਾਨੂੰ ਇੱਥੇ ਸੋਚਣ ਦੀ ਲੋੜ ਨਹੀਂ, ਸਿੱਧਾ ਆਪਾਂ ਸਕੁਅਰ ਕੀਤਾ 5 ਦਾ ਸਕੁਅਰ 25, 3 ਦਾ ਸਕੁਅਰ 9 ਮਾਈਨਸ ਕਰਕੇ 16, 16 ਦਾ ਰੂਟ 4। ਇਸ ਤਰ੍ਹਾਂ ਇਹ ਕੁਐਸਚਨ ਹੱਲ ਹੁੰਦੇ ਆ ਅੱਧੇ ਮਿੰਟ ਦੇ ਵਿੱਚ। ਸੋ ਆਪਾਂ ਐਕੂਰੇਸੀ ਸਪੀਡ ਵੀ ਵਧਾਉਣੀ ਆ ਆਪਣੀ, ਤੇ ਪ੍ਰੈਕਟਿਸ ਮੇਕ ਅ ਮੈਨ ਪਰਫੈਕਟ। ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਹਾਡੀ ਸਪੀਡ ਵੀ ਬਣਦੀ ਜਾਊਗੀ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਇੱਥੋਂ ਤੱਕ ਸਮਾਪਤ ਹੁੰਦਾ ਹੈਗਾ। ਸੋ ਇੱਕ ਕੁਐਸਚਨ ਫॉर ਪ੍ਰੈਕਟਿਸ ਤੁਹਾਡੇ ਲਈ ਲੈ ਕੇ ਆਇਆ, ਜਿਹੜਾ ਮੈਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਸਿੰਪਲ ਹੈ, ਦੇਖ ਕੇ ਹੀ ਦੱਸ ਸਕਦੇ ਹੋ, ਹੁਣ ਵੀ ਦੇਖ ਕੇ ਕਰਦੇ ਕਰਦੇ ਦੱਸ ਸਕਦੇ ਹੋ। ਕੀ ਹੈ ਕਿ ਇੱਕ ਬਿੰਦੂ A ਤੋਂ ਜੋ ਚੱਕਰ ਦੇ ਕੇਂਦਰ ਤੋਂ 5 ਸੈਂਟੀਮੀਟਰ ਦੂਰੀ ਤੇ ਹੈ, ਠੀਕ ਹੈ ਜੀ, ਤੇ ਸਪਰਸ਼ ਰੇਖਾ ਦੀ ਲੰਬਾਈ 4 ਸੈਂਟੀਮੀਟਰ, ਚੱਕਰ ਦਾ ਅਰਧ ਪਤਾ ਕਰੋ। ਉਹੀ ਹੈ ਬਈ, ਕੋਈ ਐਡਾ ਔਖਾ ਨਹੀਂਗਾ, ਸੇਮ ਪਾਈਥਾਗੋਰਸ ਦਾ ਫਾਰਮੂਲਾ ਲੱਗਣਾ ਹੈਗਾ। ਸੋ ਇਹਦੀ ਡਾਇਗਰਾਮ ਬਣਾ ਕੇ ਇਹਨੂੰ ਸੋਲਵ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸੋਗੇ। ਇੱਥੋਂ ਤੱਕ ਆਪਣਾ ਚੱਕਰ ਦਾ ਪਹਿਲਾ ਪਾਰਟ ਇਹ ਬੇਸ ਆ, ਇੱਥੋਂ ਤੱਕ ਇਹਦਾ ਬੇਸ ਕਲੀਅਰ ਹੋਇਆਗਾ ਵੀ ਆਪਾਂ ਨੂੰ ਕੁਐਸਚਨ ਆਉਣਾ ਤਾਂ ਇਸੇ ਤਰ੍ਹਾਂ ਦਾ ਹੀ ਆ। ਹੋ ਸਕਦਾ ਇਹਨਾਂ 5-7 ਕੁਐਸਚਨਾਂ 'ਚੋਂ ਵੀ ਇੱਕ ਕੁਐਸਚਨ ਆਇਆ ਪਿਆ ਹੋਵੇ। ਸੋ ਇਹਨੂੰ ਪੂਰੇ ਧਿਆਨ ਨਾਲ ਦੇਖਣਾ ਗਾ, ਆਪਣੀ ਕਾਪੀ ਤੇ ਨੋਟ ਡਾਊਨ ਕਰਨਾ। ਉਸ ਤੋਂ ਬਾਅਦ ਜਿਹੜਾ ਅਗਲਾ ਆਪਣਾ ਵੀਡੀਓ ਹੋਊਗੀ ਉਹਦੇ ਵਿੱਚ ਆਪਾਂ ਕੀ ਕਰਾਂਗੇ ਕਿ ਜਿਹੜਾ ਅਰਧਵਿਆਸੀ ਖੰਡ ਹੈ ਉਹਦਾ ਖੇਤਰਫਲ ਜਾਂ ਸ਼ੇਡਡ ਏਰੀਏ ਵਗੈਰਾ ਜਿਹੜੇ ਆ, ਮਤਲਬ ਚੱਕਰ ਦਿੱਤਾ ਜਾਂਦਾ, ਜਿਵੇਂ ਕੋਈ ਚੱਕਰ ਦੇਤਾ ਉਹਦੇ ਵਿੱਚ ਕੋਈ ਐਵੇਂ ਕਰਕੇ ਸ਼ੇਡਡ ਏਰੀਆ ਪਤਾ ਕਰਨਾ ਆਪਾਂ ਵੀ ਆਹ ਕਿੰਨਾ। ਤਾਂ ਇਸ ਤਰ੍ਹਾਂ ਆਪਾਂ ਇਹ ਜਿਹੜੇ ਕੁਐਸਚਨ ਆ ਆਪਾਂ ਕਰਾਂਗੇ ਅਗਲੇ ਮਤਲਬ ਵੀਡੀਓ ਦੇ ਵਿੱਚ। ਸੋ ਥੈਂਕ ਯੂ।